ਹੈਲੋ ਸਟੂਡੈਂਟਸ, ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਮੈਂ ਆਸ ਕਰਦੀ ਹਾਂ ਕਿ ਤੁਸੀਂ ਮੇਰੇ ਸਾਰੇ ਲੈਕਚਰ ਹੀ ਕੰਟੀਨਿਊਟੀ 'ਚ ਦੇਖ ਰਹੇ ਹੋਵੋਗੇ। ਸੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਨਵਾਂ ਚੈਪਟਰ। ਸੋ ਯੂਨਿਟ ਪੁਰਾਣਾ ਹੀ ਹੈ। ਯੂਨਿਟ ਆਪਾਂ ਸ਼ੁਰੂ ਕੀਤਾ ਸੀ ਐਟਮਸ ਐਂਡ ਨਿਊਕਲੀਆਈ, ਜਿਹਦੇ ਵਿੱਚ ਆਪਾਂ ਪਹਿਲਾ ਚੈਪਟਰ ਜਿਹਦਾ ਨਾਮ ਸੀ ਐਟਮਸ, ਉਹ ਆਲਮੋਸਟ ਆਪਣਾ ਕੀ ਹੈ ਖਤਮ ਹੋ ਚੁੱਕਾ ਹੈ। ਹੁਣ ਆਪਾਂ ਅਗਲਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਔਰ ਅਗਲੇ ਚੈਪਟਰ ਦਾ ਨਾਮ ਕੀ ਹੈ, ਨਿਊਕਲੀਆਈ। ਸੋ ਜੋ ਕਿ ਯੂਨਿਟ ਦਾ ਦੂਸਰਾ ਪਾर्ट भी है, ਨਿਊਕਲੀਆਈ। ਸੋ ਹੁਣ ਆਪਾਂ ਪਹਿਲਾਂ ਯਾਦ ਕਰੀਏ ਕਿ ਆਪਾਂ ਇਸ ਤੋਂ ਪਿਛਲੇ ਚੈਪਟਰ ਦੇ ਵਿੱਚ ਕੀ ਪੜ੍ਹਿਆ ਹੈ। ਸੋ ਪਿਛਲੇ ਚੈਪਟਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਮਾਡਲਸ ਦੇ ਬਾਰੇ। ਸੋ ਮਾਡਲਸ ਦੇ ਵਿੱਚ ਆਪਾਂ ਥਾਮਸਨਸ ਮਾਡਲ, ਰਦਰਫੋਰਡ ਮਾਡਲ ਔਰ ਬੋਹਰਸ ਮਾਡਲ, ਸੋ ਇਹ ਤਿੰਨ ਮਾਡਲ ਆਪਾਂ ਬੇਸਿਕਲੀ ਪੜ੍ਹੇ ਹਨ। ਸੋ ਜਿਹਦੇ ਵਿੱਚ ਆਪਾਂ ਦੇਖਿਆ ਸੀ ਕਿ ਜਿਹੜਾ ਨਿਊਕਲੀਅਸ ਹੈ ਉਹ ਕੀ ਹੈ, ਉਹਦੇ ਬਾਰੇ ਜਿਹੜੀ ਡਿਸਕਵਰੀ ਸੀ ਉਹ ਕਿਹਨੇ ਦਿੱਤੀ ਸੀ, ਬਾय ਰਦਰਫੋਰਡ ਐਂਡ ਹਿਸ ਕੋਵਰਕਰਸ। ਮਤਲਬ ਜੋ ਰਦਰਫੋਰਡ ਨੇ ਐਕਸਪੈਰੀਮੈਂਟ ਪਰਫਾਰਮ ਕੀਤਾ ਸੀ ਆਫ अल्फा रेज, मतलब अल्फा रेज ਨੂੰ ਫਾਲ ਕਰਵਾਇਆ ਸੀ ਅਪਨ ਦਾ 골ਡ ਫੋਇਲ। ਸੋ ਉਸ ਐਕਸਪੈਰੀਮੈਂਟ ਤੋਂ ਬਾਅਦ ਰਦਰਫੋਰਡ ਨੇ ਹੀ ਕੀ ਹੈ ਡਿਸਕਵਰੀ ਆਫ ਨਿਊਕਲੀਅਸ ਦੇ ਬਾਰੇ ਆਪਾਂ ਨੂੰ ਦੱਸਿਆ ਜਾਂ ਉਹਨਾਂ ਨੇ ਡਿਸਕਵਰ ਕੀਤਾ। ਸੋ ਉਹਨਾਂ ਦੇ ਅਕੋਰਡਿੰਗਲੀ ਜੋ ਨਿਊਕਲੀਅਸ ਹੈ ਉਹ ਕੀ ਹੈ, ਦੈਟ ਇਜ਼ ਦਾ ਸੈਂਟਰਲ ਕੋਰ ਆਫ ਐਨੀ ਐਟਮ। ਮਤਲਬ ਇੱਕ ਐਟਮ ਦੇ ਬਿਲਕੁਲ ਸੈਂਟਰ ਦੇ ਵਿੱਚ ਕੀ ਹੈ, ਸੈਂਟਰਲ ਪਾਰਟ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ, ਦੈਟ ਇਜ਼ ਦਾ ਨਿਊਕਲੀਅਸ। ਨਾਲ ਹੀ ਆਪਾਂ ਇਹ ਵੀ ਦੇਖਿਆ ਕਿ ਜਿਹੜਾ ਨਿਊਕਲੀਅਸ ਹੁੰਦਾ ਹੈ ਉਹਦੇ ਵਿੱਚ ਆਲਮੋਸਟ all the positive charge, entire positive charge means पूरे atom ਦਾ ਜਿਹੜਾ positive charge ਹੁੰਦਾ ਹੈ nucleus ਦੇ ਵਿੱਚ present ਹੁੰਦਾ ਹੈ। and almost whole of the mass of the atom ਦਾ ਜਿਹੜਾ mass ਹੁੰਦਾ ਹੈ, ਜ਼ਿਆਦਾਤਰ mass more than 99.99% mass, ਮਤਲਬ ਸਿਰਫ 0.0% ਛੱਡ ਕੇ ਬਾਕੀ ਸਾਰਾ mass ਉਹ ਵੀ ਕਿੱਥੇ concentrated ਹੁੰਦਾ ਹੈ, ਉਹ ਵੀ nucleus ਦੇ ਵਿੱਚ concentrated ਹੁੰਦਾ ਹੈ, ਮਤਲਬ ਉੱਥੇ ਹੀ ਪਾਇਆ ਜਾਂਦਾ ਹੈ। ਸੋ ਇਹ ਚੀਜ਼ਾਂ ਕੀ ਹਨ ਆਪਾਂ ਆਲਰੇਡੀ ਪੜ੍ਹੀਆਂ ਹਨ, ਪਿਛਲੇ ਚੈਪਟਰ 'ਚ ਪੜ੍ਹੀਆਂ ਹਨ। ਨਾਲ ਦੀ ਨਾਲ ਆਪਾਂ ਡਾਇਮੈਂਸ਼ਨਸ ਵੀ ਦੇਖੀਆਂ। ਡਾਇਮੈਂਸ਼ਨਸ ਆਪਾਂ ਦੇਖਿਆ ਐਟਮ ਦੀ ਡਾਇਮੈਂਸ਼ਨ ਮੀਨਸ ਉਹਦਾ ਰੇਡੀਅਸ ਜਾਂ ਉਹਦਾ ਡਾਇਆਮੀਟਰ। ਸੋ ਐਟਮ ਔਰ ਉਹਦੇ ਨਾਲ ਆਪਾਂ ਗੱਲ ਕੀਤੀ ਅਬਾਊਟ ਦ ਰੇਡੀਅਸ ਆਫ ਦ ਨਿਊਕਲੀਅਸ ਆਲਸੋ। ਸੋ ਆਪਾਂ ਦੇਖਿਆ ਸੀ ਫॉर ਐਟਮ ਰੇਡੀਅਸ ਹੈ ਆਪਣੇ ਕੋਲ 10⁻⁻10 ਮੀਟਰ ਦੇ ਆਰਡਰ ਦਾ। ਔਰ ਨਿਊਕਲੀਅਸ ਦੀ ਜਦ ਆਪਾਂ ਗੱਲ ਕਰਦੇ ਹਾਂ, ਨਿਊਕਲੀਅਸ ਦਾ ਜਿਹੜਾ ਰੇਡੀਅਸ ਹੁੰਦਾ ਹੈ ਦੈਟ ਇਜ਼ ਅਬਾਊਟ ਆਫ ਦੀ ਆਰਡਰ ਆਫ 10⁻⁻14 ਮੀਟਰਸ। ਕਈ ਬੁੱਕਸ ਦੇ ਵਿੱਚ 10⁻⁻15 ਮੀਟਰਸ ਵੀ ਯੂਜ਼ ਕਰ ਲੈਂਦੇ ਹਨ, ਬਿਕੋਜ਼ ਆਪਾਂ ਇਦਾਂ ਹੀ ਬੋਲਦੇ ਹਾਂ ਆਫ ਦੀ ਆਰਡਰ ਆਫ, ਮਤਲਬ ਇਹਦੇ ਤਕਰੀਬਨ ਸੋ ਇੰਨਾ ਹੋਏਗਾ। ਸੋ ਦੈਟ ਇਜ਼ ਰੇਡੀਅਸ ਆਫ ਐਟਮ, ਰੇਡੀਅਸ ਆਫ ਨਿਊਕਲੀਅਸ। ਹੁਣ ਇੱਥੇ 10 ਦੀ ਪਾਵਰਸ ਨੈਗੇਟਿਵ ਕਿੱਥੇ ਜ਼ਿਆਦਾ ਹਨ ਇੱਥੇ, ਸੋ ਦੈਟ ਮੀਨਸ ਇਹ ਚੀਜ਼ ਕੀ ਹੈ ਜ਼ਿਆਦਾ ਛੋਟੀ ਹੈ। ਸੋ ਇਹਦਾ ਬਹੁਤ ਕਲੀਅਰ ਹੀ ਹੈ। ਸੋ ਨਿਊਕਲੀਅਸ ਕੀ ਹੈ, ਇਹਦਾ ਰੇਡੀਅਸ ਸਮਾਲ ਹੈ ਐਜ਼ ਕੰਪੇਅਰ ਟੂ ਦ ਰੇਡੀਅਸ ਆਫ ਐਨ ਐਟਮ। ਸੋ ਇੱਥੋਂ ਆਪਾਂ ਨੂੰ ਕੀ ਪਤਾ ਲੱਗਿਆ ਕਿ ਐਟਮ ਦੇ ਵਿੱਚ ਸੈਂਟਰਲ ਪਾਰਟ ਦੇ ਵਿੱਚ ਨਿਊਕਲੀਅਸ ਹੈ, ਡਾਇਮੈਂਸ਼ਨਸ ਵੀ ਪਤਾ ਹਨ, ਬਟ ਜਿਹੜਾ ਉਹਦੇ ਆਸ-ਪਾਸ ਜਗ੍ਹਾ ਹੈ ਮੋਸਟ ਆਫ ਦਾ ਐਮਪਟੀ ਸਪੇਸ ਉਹ ਕੀ ਹੈ, ਖਾਲੀ ਹੈ। ਸੋ ਇਹ ਵੀ ਕਿਹਨੇ ਦੱਸਿਆ ਸੀ, ਰਦਰਫੋਰਡ ਨੇ ਦੱਸਿਆ ਸੀ ਥਰੂ ਹਿਜ਼ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ। ਸੋ ਇਹ ਸਾਰੀ ਗੱਲਬਾਤ ਸੀ ਆਪਣੀ ਅਬਾਊਟ ਦ ਨਿਊਕਲੀਅਸ ਜਾਂ ਫਿਰ ਐਟਮ। ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਨਿਊਕਲੀਆਈ। ਸੋ ਆਪਾਂ ਬਾਰ-ਬਾਰ ਵਰਡ ਯੂਜ਼ ਕਰ ਰਹੇ ਸੀ ਨਿਊਕਲੀਅਸ। ਸੋ ਹੁਣ ਆਪਾਂ ਕੀ ਲਿਖਿਆ ਹੈ, ਨਿਊਕਲੀਆਈ। ਸੋ ਨਿਊਕਲੀਅਸ ਔਰ ਨਿਊਕਲੀਅਸ ਕੀ ਡਿਫਰੈਂਸ ਹੈ, ਮੈਂ ਜਦ ਯੂਨਿਟ ਸ਼ੁਰੂ ਕੀਤਾ ਸੀ ਉਦੋਂ ਵੀ ਇਹ ਗੱਲ ਦੱਸੀ ਸੀ। ਨਿਊਕਲੀਅਸ ਕੀ ਹੈ, ਦੈਟ ਇਜ਼ ਦ ਸਿੰਗੂਲਰ ਫਾਰਮ, ਮਤਲਬ ਜਦ ਆਪਾਂ ਇੱਕ ਦੀ ਗੱਲ ਕਰ ਰਹੇ ਹਾਂ ਦੈਨ ਆਪਾਂ ਉਹਨੂੰ ਨਿਊਕਲੀਅਸ ਬੋਲਦੇ ਹਾਂ। ਇੱਕ ਤੋਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ ਦੈਨ ਆਪਾਂ ਉਹਨੂੰ ਕੀ ਹੈ, ਨਿਊਕਲੀਆਈ ਬੋਲ ਦਿੰਦੇ ਹਾਂ। ਮਤਲਬ ਅਗਰ 2 ਨਿਊਕਲੀਅਸ 3 ਨਿਊਕਲੀਅਸ ਜਾਂ ਉਸ ਤੋਂ ਜ਼ਿਆਦਾ ਨਿਊਕਲੀਅਸ ਹੋਣ ਦੈਨ ਆਪਾਂ ਉਹਨੂੰ ਇੱਦਾਂ ਬੋਲਣ ਦੀ ਬਜਾਏ ਕੀ ਬੋਲਦੇ ਹਾਂ, ਨਿਊਕਲੀਆਈ ਵਰਡ ਦਾ ਨਾਮ ਉਹਨੂੰ ਦਿੱਤਾ ਹੈ। ਸੋ ਹੁਣ ਆਪਾਂ ਇਸ ਚੈਪਟਰ ਦੇ ਵਿੱਚ ਕੀ ਕਰਾਂਗੇ, ਸਭ ਤੋਂ ਪਹਿਲੇ ਤਾਂ ਆਪਾਂ ਦੇਖਾਂਗੇ ਕਿ ਨਿਊਕਲੀਅਸ ਦੇ ਅੰਦਰ ਕੀ ਕੰਪੋਜੀਸ਼ਨ ਹੈ, ਮਤਲਬ ਕਿਹੜੀਆਂ ਚੀਜ਼ਾਂ ਦੇ ਨਾਲ ਨਿਊਕਲੀਅਸ ਬਣਿਆ ਹੋਇਆ ਹੈ, ਉਹਦੇ ਵਿੱਚ ਕੀ ਪਾਇਆ ਜਾਂਦਾ ਹੈ ਆਪਸ ਦੇ ਵਿੱਚ, ਮਤਲਬ ਉਹ ਕਿਸ ਤਰ੍ਹਾਂ ਉੱਥੇ ਪ੍ਰੈਜ਼ੈਂਟ ਹਨ, ਮਤਲਬ ਕਿਹੜੀਆਂ ਫੋਰਸਿਸ ਜਾਂ ਕਹਿ ਲਓ ਕਿ ਕਿਹੜੀਆਂ ਗੱਲਾਂ ਕਰਕੇ ਉਹ ਆਪਸ ਦੇ ਵਿੱਚ ਇਕੱਠੇ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹਨ। ਸੋ ਆਪਾਂ ਇਹ ਚੀਜ਼ ਦੇਖਾਂਗੇ। ਉਸ ਤੋਂ ਇਲਾਵਾ ਆਪਾਂ ਨਿਊਕਲੀਅਸ ਦੇ ਬਾਰੇ ਹੋਰ ਗੱਲ ਕਰਾਂਗੇ, ਲਾਈਕ ਆਪਾਂ ਦੇਖਾਂਗੇ ਕਿ ਮਾਸ ਆਫ ਨਿਊਕਲੀਅਸ ਕਿੰਨਾ ਹੈ, ਸਾਈਜ਼ ਦੀ ਗੱਲ ਕਰਾਂਗੇ। ਸਾਈਜ਼ ਤੋਂ ਇਲਾਵਾ ਆਪਾਂ ਡੈਂਸਿਟੀ ਕੈਲਕੂਲੇਟ ਕਰਾਂਗੇ ਔਰ ਨਿਊਕਲੀਅਰ ਸਟੇਬਿਲਿਟੀ, ਮਤਲਬ ਹਾਊ ਇਜ਼ ਦ ਨਿਊਕਲੀਅਸ ਸਟੇਬਲ ਕਿੱਦਾਂ ਹੈ, ਮਤਲਬ ਉਹ ਟੁੱਟਦਾ ਕਿਉਂ ਨਹੀਂ ਹੈ ਜਾਂ ਬਿਖਰਦਾ ਕਿਉਂ ਨਹੀਂ ਹੈ, ਉਹ ਸਟੇਬਲ ਕਿਸ ਤਰ੍ਹਾਂ ਪਿਆ ਹੈ। तो इस तो बाद आप हौली हौली अगे चलांगे। इस तो बाद आप रेडियो एक्टिविटी की गल भी करनी है, जिवें कि मैं पहले ही दस्सिया सी कि रेडियो एक्टिविटी की आप न्यूक्लियाई यूनिट दे विच जरूर पढ़ांगे रेडियो एक्टिविटी। दैन उस तो बाद कुछ एक होर
ਫਿਨੋਮੇਨਾਸ ਜਿਵੇਂ ਕਿ ਨਿਊਕਲੀਅਰ ਫਿਊਜ਼ਨ, ਨਿਊਕਲੀਅਰ ਫਿਜ਼ਨ। ਸੋ ਇਹ ਸਾਰਾ ਕੁਝ ਕੀ ਹੈ ਹੁਣ ਆਪਾਂ ਸਲੋਲੀ ਇਸ ਚੈਪਟਰ 'ਚ ਕਰਾਂਗੇ। ਸੋ ਆਪਾਂ ਸਟਾਰਟ ਕਰੀਏ। ਸਭ ਤੋਂ ਪਹਿਲੇ ਜੋ ਫਰਸਟ ਟੌਪਿਕ ਮੈਂ ਲੈਣ ਜਾ ਰਹੀ ਹਾਂ ਦੈਟ ਇਜ਼ ਐਟੋਮਿਕ ਮਾਸਿਸ। ਸੋ ਫਰਸਟ ਇਜ਼ ਐਟੋਮਿਕ ਮਾਸਿਸ। ਹੁਣ ਜਿਵੇਂ ਆਪਾਂ ਡਿਫਰੈਂਟ ਅੱਗੇ ਫਿਨੋਮੇਨਾਸ ਪੜ੍ਹਨੇ ਹਨ ਨਿਊਕਲੀਅਸ ਨੂੰ ਲੈ ਕੇ, ਸੋ ਉਹਨਾਂ ਬਾਰੇ ਸਟੱਡੀ ਕਰਨਾ ਉਦੋਂ ਹੀ ਪੋਸੀਬਲ ਹੋਏਗਾ ਜਦੋਂ ਆਪਾਂ ਨੂੰ ਨਿਊਕਲੀਅਸ ਦੇ ਬਾਰੇ ਕੁਝ ਇਨਫੋਰਮੇਸ਼ਨ ਹੋਏਗੀ। ਸੋ ਕਹਿ ਲਓ ਕਿ ਆਪਾਂ ਕਿਹੜੀ ਇਨਫੋਰਮੇਸ਼ਨ ਦੀ ਗੱਲ ਕਰ ਰਹੇ ਹਾਂ, ਮਾਸਿਸ ਦੀ ਗੱਲ ਕਰ ਰਹੇ ਹਾਂ। ਸੋ ਅਗਰ ਆਪਾਂ ਨੂੰ ਉਹਦੇ ਮਾਸ ਬਾਰੇ ਕੋਈ ਨੌਲੇਜ ਹੋਏਗੀ, ਉਹਦੇ ਬਾਰੇ ਕੋਈ ਇਨਫੋਰਮੇਸ਼ਨ ਹੋਏਗੀ, ਤਾਂ ਹੀ ਆਪਾਂ ਉਹਦੇ ਬਾਰੇ ਕੁਝ ਹੋਰ ਮਤਲਬ ਨੌਲੇਜ ਇਕੱਠੀ ਕਰ ਸਕਦੇ ਹਾਂ ਜਾਂ ਫਿਰ ਪਤਾ ਲਗਾ ਸਕਦੇ ਹਾਂ। ਸੋ ਤਾਂ ਹੀ ਕਰਕੇ ਆਪਾਂ ਸਭ ਤੋਂ ਪਹਿਲੇ ਕੀ ਸ਼ੁਰੂ ਕਰਨ ਜਾ ਰਹੇ ਹਾਂ ਦੈਟ ਇਜ਼ ਐਟੋਮਿਕ ਮਾਸਿਸ। ਸੋ ਐਟੋਮਿਕ ਮਾਸਿਸ ਜਾਂ ਨਿਊਕਲੀਅਰ ਮਾਸਿਸ। ਸੋ ਇਹਨਾਂ ਨੂੰ ਮੈਜ਼ਰ ਕਰਨ ਦੇ ਲਈ ਇੱਕ ਡਿਵਾਈਸ ਹੁੰਦਾ ਹੈ। ਸੋ ਉਸ ਡਿਵਾਈਸ ਨੂੰ ਆਪਾਂ ਕੀ ਬੋਲਦੇ ਹਾਂ ਦੈਟ ਇਜ਼ ਮਾਸ ਸਪੈਕਟ੍ਰੋਮੀਟਰ। ਸੋ ਇਹ ਉਸ ਡਿਵਾਈਸ ਦਾ ਜਾਂ ਉਸ ਇੰਸਟਰੂਮੈਂਟ ਦਾ ਨਾਮ ਹੈ ਜਿਹਨੂੰ ਯੂਜ਼ ਕਰਕੇ ਆਪਾਂ ਐਟੋਮਿਕ ਮਾਸਿਸ ਜਾਂ ਫਿਰ ਨਿਊਕਲੀਅਰ ਮਾਸਿਸ ਨੂੰ ਮੈਜ਼ਰ ਕਰ ਸਕਦੇ ਹਾਂ। ਇਹ ਤਾਂ ਗੱਲ ਹੋਈ ਉਸ ਇੰਸਟਰੂਮੈਂਟ ਦੀ। ਉਸ ਤੋਂ ਬਾਅਦ ਅਗਰ ਆਪਾਂ ਯੂਨਿਟ ਦੀ ਗੱਲ ਕਰੀਏ, ਜਿਵੇਂ ਕਿ એનર્ਜੀ ਨੂੰ ਲਈਏ, એનર્ਜੀ ਵੀ ਕੀ ਹੈ ਆਪਾਂ ਕਿਸੇ ਯੂਨਿਟ 'ਚ ਮੈਜ਼ਰ ਕਰਦੇ ਹਾਂ। ਡਿਫਰੈਂਟ ਯੂਨਿਟਸ ਹੁੰਦੇ ਹਨ। ਸੋ ਜਨਰਲੀ ਐਸਆਈ ਯੂਨਿਟ ਕੀ ਹੈ ਉਹਦਾ ਜਿਹੜਾ ਆਪਾਂ ਯੂਜ਼ ਕਰਦੇ ਹਾਂ ਆਮ ਤੌਰ ਤੇ ਉਹ ਹੈ ਜੂਲਸ। ਸੋ ਇਸ ਤੋਂ ਇਲਾਵਾ ਇਲੈਕਟ੍ਰੋਨ ਵੋਲਟ, ਮੈਗਾ ਇਲੈਕਟ੍ਰੋਨ ਵੋਲਟ, ਹੋਰ ਕਾਫੀ ਯੂਨਿਟਸ ਹਨ। ਫੋਰਸ ਦੀ ਗੱਲ ਕਰੀਏ, ਫੋਰਸ ਨੂੰ ਆਪਾਂ ਐਸਆਈ ਦੇ ਵਿੱਚ ਮੈਜ਼ਰ ਕਰਦੇ ਹਾਂ, ਨਿਊਟਨ ਦੇ ਵਿੱਚ। ਸੋ ਉਸੇ ਤਰ੍ਹਾਂ ਹੁਣ ਮਾਸਿਸ ਦੀ ਗੱਲ ਕਰੀਏ ਦੈਨ ਨਿਊਕਲੀਅਰ ਮਾਸਿਸ, ਐਟੋਮਿਕ ਮਾਸਿਸ ਨੂੰ ਮੈਜ਼ਰ ਕਰਨ ਦੇ ਲਈ ਵੀ ਕੀ ਹੈ ਇੱਕ ਯੂਨਿਟ ਹੈ। ਹੁਣ ਉਹ ਯੂਨਿਟ ਕਿਹੜਾ ਹੈ ਦੈਟ ਇਜ਼ ਐਟੋਮਿਕ ਮਾਸ ਯੂਨਿਟ। ਸੋ ਯੂਨਿਟ ਦਾ ਨਾਮ ਹੈ ਐਟੋਮਿਕ ਮਾਸ ਯੂਨਿਟ ਔਰ ਇਹਨੂੰ ਲਿਖਿਆ ਕਿਸ ਤਰ੍ਹਾਂ ਜਾਂਦਾ ਹੈ ਦੈਟ ਇਜ਼ A.M.U। ਸੋ ਐਟੋਮਿਕ ਮਾਸ ਯੂਨਿਟ ਇਹ ਕੀ ਹੈ ਯੂਨਿਟ ਹੈ ਫॉर ਮੈਜ਼ਰਿੰਗ ਨਿਊਕਲੀਅਰ ਮਾਸਿਸ ਐਂਡ ਐਟੋਮਿਕ ਮਾਸਿਸ। ਦੈਨ ਆਪਾਂ ਅਗਰ ਇਹਨੂੰ ਡਿਫਾਈਨ ਕਰਨਾ ਹੋਵੇ ਐਟੋਮਿਕ ਮਾਸ ਯੂਨਿਟ ਕਿਹਦੇ ਬਰਾਬਰ ਹੁੰਦਾ ਹੈ, ਸੋ ਪਹਿਲੇ ਮੈਂ ਇਹਨੂੰ ਡਿਫਾਈਨ ਕਰਨ ਜਾ ਰਹੀ ਹਾਂ। ਸੋ 1 ਐਟੋਮਿਕ ਮਾਸ ਯੂਨਿਟ is equal to 1/12 of the mass of one atom of C12 isotope। सो किस तरह डिफाइन किया मैं 1 एटॉमिक मास यूनिट मतलब ये कितनी वैल्यू होंगी है इज इक्वल टू 1/12 ऑफ द मास ऑफ 1 एटम ऑफ C12 आइसोटोप। सो आइसोटोप बारे आप अगे गल करांगे। सो आइसोटोप्स की होंदे हन दे आर एटम्स ऑफ सेम एलिमेंट। इत्थे आप की हाँ कार्बन एलिमेंट की गल कर रहे हैं। सो एटम्स ऑफ सेम एलिमेंट। सो कार्बन एलिमेंट दे की डिफरेंट की होंगे एटम्स होंगे जिन्हां दा एटॉमिक नंबर की है सेम होएगा बट उन्हां दा मास नंबर की है डिफरेंट होएगा। ये आप डेफिनेशन अगे भी करांगे, थोड़ी एक्सप्लेनेशन होर देखांगे। सो आइसोटोप्स दे विच की है हुण जो कार्बन है इहदे डिफरेंट आइसोटोप्स प्रेजेंट हैं लाइक 11C 12C 13C एंड 14C भी प्रेजेंट हुंदा है। सो इहदे विच आपां किहदी गल कर रहे हैं इस आइसोटोप की गल कर रहे हैं। 1 एटॉमिक मास यूनिट किहदे बराबर हुंदा है जदों आपां मास लईए कार्बन दे ए वाले आइसोटोप दा इस आइसोटोप दा जिहड़ा मास होएगा उन्होंने 12 दे नाल डिवाइड करिए। सो जो अपने कोल जिहड़ी वैल्यू आएगी उन्होंने आपां की बोलते हैं दैट इज 1 एटॉमिक मास यूनिट। सो इहदी न्यूमेरिकल वैल्यू कित्थों आएगी फ्रॉम द मास ऑफ दिस आइसोटोप जदों उन्होंने आपां 12 दे नाल डिवाइड करांगे। सो दैट वैल्यू इज कॉल्ड 1 एटॉमिक मास यूनिट। सो अगर कैलकुलेट करना होवे सो पहला अगर आपां लिखिए एवोगैड्रोस नंबर, एवोगैड्रो नंबर ਇਹਦੀ ਵੈਲਿਊ ਇਹ ਹੁੰਦੀ ਹੈ 6.023 into 10 ਦੀ ਪਾਵਰ 23। ਸੋ ਤੁਸੀਂ ਕੈਮਿਸਟਰੀ ਜ਼ਰੂਰ ਪੜਿਆ ਹੋਵੇਗਾ। ਐਵੋਗੈਡਰੋ ਨੰਬਰ ਅੱਗੇ ਕੀ ਹੁੰਦਾ ਹੈ ਐਟਮਸ, ਮੋਲੀਕਿਊਲਸ, ਆਇਨਸ ਮਤਲਬ ਜਿਹੜੀ ਵੀ ਸਪੀਸੀਜ਼ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਦੈਟ ਇਜ਼ ਦ ਨੰਬਰ। ਦੈਨ ਅਕੋਰਡਿੰਗ ਟੂ ਮੋਲ ਕਨਸੈਪਟ ਜਿਹੜਾ ਤੁਸੀਂ ਕੈਮਿਸਟਰੀ ਦੇ ਪਹਿਲੇ ਯੂਨਿਟਸ ਪੜਿਆ ਹੈ ਉਹਦੇ ਅਕੋਰਡਿੰਗਲੀ 6.023 into 10 raised to power 23 atoms of carbon 12। so C12 ਦੀ ਆਪਾਂ ਗੱਲ ਕਰ ਰਹੇ ਹਾਂ ਇਹਦੇ ਇੰਨੇ ਐਟਮਸ ਦਾ ਜਿਹੜਾ ਮਾਸ ਹੋਏਗਾ ਕਿਹਦੇ ਬਰਾਬਰ ਹੋਏਗਾ that will be equal to
this that is 12 ग्राम। सो मोल कंसैप्ट ਨੂੰ ਹੁਣ ਮੈਂ ਇੱਥੇ ਦੁਬਾਰਾ ਇੰਟਰੋਡਿਊਸ ਨਹੀਂ ਕਰ ਰਹੀ, ਇਹ ਸਾਰਾ ਕੀ ਹੈ ਕੈਮਿਸਟਰੀ। ਸੋ ਫਰਸਟ ਯੂਨਿਟ ਸਾਰਾ ਮੋਲ ਕੰਸੈप्ट ਦੇ ਬਾਰੇ ਹੀ ਹੈ। ਸੋ 12 ਗ੍ਰਾਮ ਦੇ ਬਰਾਬਰ ਹੋਏਗਾ। ਅਗਰ ਇੱਕ ਐਟਮ ਦਾ ਮਾਸ ਲਿਖਣਾ ਹੋਵੇ, 1 ਐਟਮ ਆਫ C12 ਉਹਦਾ ਕਿੰਨਾ ਹੋਏਗਾ, ਇਹਨੂੰ ਆਪਾਂ यूनिटरी मैथड है मैथ्स ਵਿੱਚ जनरली यूज करते हैं, ਇਹਨੂੰ ਜਾ ਕੇ ਇੱਧਰ ਡਿਵਾਈਡ ਕਰਾਂਗੇ। ਸੋ ਆਪਣੇ ਕੋਲ ਕੀ ਆ ਜਾਏਗਾ, ਮਾਸ ਆਫ 1 ਐਟਮ ਆਫ ਕਾਰਬਨ 12 ਡਿਵਾਈਡਡ ਬਾਈ 6.023 into 10⁻23 ਗ੍ਰਾਮਸ ਦੇ ਵਿੱਚ। ਸੋ ਆਪਾਂ ਕੈਲਕੂਲੇਟ ਕੀ ਕਰਨਾ ਹੈ ਹੁਣ, 1 ਐਟੋਮਿਕ ਮਾਸ ਯੂਨਿਟ। ਸੋ ਇਹਦੀ ਡੈਫੀਨੇਸ਼ਨ ਲਗਾਈਏ, that is 1/12 the mass of 1 atom of C12। ਸੋ ਆਪਾਂ ਇਹ ਚੀਜ਼ ਤਾਂ ਕੈਲਕੂਲੇਟ ਕਰ ਲਈ ਹੈ, 1 ਐਟਮ ਆਫ C12 ਦਾ ਮਾਸ ਆਪਾਂ ਕੈਲਕੂਲੇਟ ਕਰ ਲਿਆ ਹੈ। ਉਹਦਾ ਕੀ ਕਰਨਾ ਹੈ, 1/12ਵਾਂ ਹਿੱਸਾ। ਸੋ ਇਹਨੂੰ 12 ਦੇ ਨਾਲ ਡਿਵਾਈਡ ਕਰਾਂਗੇ, ਕਿਹਦੀ ਵੈਲਿਊ ਆ ਜਾਏਗੀ, 1 ਐਟੋਮਿਕ ਮਾਸ ਯੂਨਿਟ ਦੀ। ਸੋ ਆਈ ਥਿੰਕ ਤੁਹਾਨੂੰ ਹੁਣ ਕਲੀਅਰ ਹੋਏਗਾ। ਹੁਣ ਆਪਾਂ ਲਿਖਾਂਗੇ 1 ਐਟੋਮਿਕ ਮਾਸ ਯੂਨਿਟ ਕਿਹਦੇ ਬਰਾਬਰ ਹੁੰਦਾ ਹੈ, 1/12 the mass of 1 atom of carbon 12। ਸੋ ਇਹਨੂੰ ਆਪਾਂ 12 ਦੇ ਨਾਲ ਡਿਵਾਈਡ ਕਰਾਂਗੇ ਓਵਰ यूनिट्स अगेन ग्राम सी तो ग्राम ही रहेंगे, जस्ट आप इतने की है 12 ਦੇ ਨਾਲ डिवाइड किया है। सो अपने कोल की बचे 1/this वैल्यू। सो ਇਹਦਾ मैं आंसर इतने डायरेक्ट लिख रही हाँ। डिवाइड करने तो बाद अपने कोल आएगा 1.66 into बिकॉज इतने नाल जीरोज भी हैं -24 ग्राम्स। सो 23 सी बट की है इतने एडजस्ट किया है एक जीरो। सो 1.66 into 10⁻24 ग्राम्स दे विच। और अगर केजीज च लिखना होवे ये आएगा 1.66 ग्राम ਨੂੰ केजीज कन्वर्ट करने ਦੇ ਲਈ ਆਪਾਂ ਕੀ ਹੈ 1000 ਦੇ ਨਾਲ ਡਿਵਾਈਡ ਕਰਾਂਗੇ, 3 ਜ਼ੀਰੋਜ਼ ਡਿਨੋਮੀਨੇਟਰ ਦੇ ਵਿੱਚ। ਸੋ ਉਹਦੇ ਕਰਕੇ ਕੀ ਹੋਏਗਾ, ਸੋ 10 ਦੀ ਪਾਵਰ -24 ਆਲਰੇਡੀ है, 10 ਦੀ ਪਾਵਰ 3। सो जब ऊपर जाएगा एक ही बन जाएगा 10 ਦੀ पावर -3। सो कंबाइन करने ते बेसिस सेम, पावर्स ऐड होणगियां, -24 एंड -23 कितना बन जाएगा, -27 kgs। सो आप वैल्यू कैलकुलेट कर ली 1 एटॉमिक मास यूनिट दी, दैट इज 1 एटॉमिक मास यूनिट इज इक्वल टू कितनी वैल्यू है ਉਹਦੀ kgs ਦੇ ਵਿੱਚ 1.66 into 10⁻27 kgs। और ये वैल्यू की है आपको याद रखनी है बिकॉज अगे जाके कई जगह पे आप इनू एज सच यूज करांगे। सो बार बार कैलकुलेट नहीं करांगे, डायरेक्टली ये वैल्यू आप की है याद रखांगे। और अगर आप देखिए ध्यान दे नाल जो ये वैल्यू आ रही है तकरीबन सेम है किहदे नाल, दैट इज द मास ऑफ न्यूक्लियॉन्स। न्यूक्लियॉन्स की हुंदे हन, प्रोटॉन्स एंड न्यूट्रॉन्स। सो प्रोटॉन का मास और न्यूट्रॉन का मास तकरीबन की है इन्ना ही हुंदा है। सो 1 एटॉमिक मास यूनिट ऑन एवरेज किहदा मास दस रहा है आपां नूं, मास ऑफ अ न्यूक्लियॉन। सो इस तो बाद आपां नेक्स्ट चलिए। सो हुण आपां गल कीती AMU दी एटॉमिक मास यूनिट और उहदी आपां वैल्यू भी कैलकुलेट कीती, दैट इज 1.66 into 10⁻27 kgs। सो स्टैंडर्ड वैल्यू आपां याद रखांगे। नैक्सट हुण आपां एक होर टर्म की गल कर रहे हैं, दैट इज इलैक्ट्रॉन वोल्ट। जिवें कि मैं पहले भी गल कर रही थी कि एनर्जी के भी की हैं डिफरेंट यूनिट्स आपां यूज करते हैं। सो SI दे विच आपां जिहड़ा यूनिट यूज करते हैं आम तौर पर वो की है जूल्स। सो एक होर यूनिट की गल करन जा रहे हैं आपां, दैट इज इलैक्ट्रॉन वोल्ट। सो ये की है यूनिट ऑफ एनर्जी। यूनिट ऑफ एनर्जी मीनस एनर्जी नूं मेजर करन दा की है एक यूनिट है। सो इनू अगर आप डिफाइन करिए फर्स्टली 1 इलैक्ट्रॉन वोल्ट किहदे बराबर होएगा। सो 1 इलैक्ट्रॉन वोल्ट is the energy, because the energy दा ही यूनिट है, energy acquired by an electron when accelerated through a potential difference of 1 volt। सो बहुत ही इजी जी डेफिनेशन है। 1 इलेक्ट्रॉन वोल्ट की है, दैट इज द एनर्जी एक्वायर्ड बाय एन इलेक्ट्रॉन। एक इलेक्ट्रॉन
એનર્ਜੀ ਐਕਵਾਇਰ ਕਰ ਰਿਹਾ ਹੈ ਕਦੋਂ ਐਕਵਾਇਰ ਕਰੇਗਾ ਜਦੋਂ ਉਹਨੂੰ ਐਸਲਰੇਟ ਕਰਵਾਇਆ ਗਿਆ ਮਤਲਬ ਮੰਨ ਲਓ ਪਹਿਲਾਂ ਰੈਸਟ ਪੋਜੀਸ਼ਨ ਤੇ ਹੈ ਤੇ ਆਪਾਂ ਉਹਨੂੰ ਬਾਹਰੋਂ ਕੀ ਹੈ ਪੋਟੈਂਸ਼ੀਅਲ ਦੇ ਦਿੱਤਾ ਮੰਨ ਲਓ ਬੈਟਰੀ ਕੋਈ ਕੰਡਕਟਰ ਹੈ ਉਹਦੇ 'ਚ ਇਲੈਕਟ੍ਰੋਨਸ ਹਨ ਆਪਾਂ ਉਹਨੂੰ ਕੀ ਹੈ ਬਾਹਰੋਂ ਕਨੈਕਟ ਕਰ ਦਿੱਤਾ ਬੈਟਰੀ ਦੇ ਟਰਮੀਨਲਸ ਦੇ ਨਾਲ ਸੋ ਦੈਟ ਮੀਨਸ ਆਪਾਂ ਪੋਟੈਂਸ਼ੀਅਲ ਪ੍ਰੋਵਾਈਡ ਕਰ ਰਹੇ ਹਾਂ ਸੋ ਜਦੋਂ ਆਪਾਂ potential provide ਕਰ ਰਹੇ ਹਾਂ potential difference ਕਿੰਨਾ ਹੈ that is only 1 volt then ਜਿਹੜਾ ਇਲੈਕਟ੍ਰੋਨ ਹੈ ਕਿੰਨੀ એનર્ਜੀ ਗੇਨ ਕਰੇਗਾ ਸੋ ਕਿੰਨੀ એનર્ਜੀ ਗੇਨ ਕਰਕੇ ਐਸਲਰੇਟ ਹੋ ਰਿਹਾ ਹੈ ਉਸ એનર્ਜੀ ਨੂੰ ਆਪਾਂ ਕੀ ਬੋਲ ਰਹੇ ਹਾਂ that is called 1 electron volt ਨਾਲ ਕੰਡੀਸ਼ਨ ਕੀ ਹੈ ਕਿ ਜਿਹੜੀ potential difference ਹੋਣਾ ਚਾਹੀਦਾ ਹੈ ਉਹ ਵੀ ਕਿੰਨਾ ਹੋਣਾ ਚਾਹੀਦਾ ਹੈ 1 volt ਸੋ ਅਗਰ ਮੈਂ ਲਿਖਾਂ work done ਜਾਂ ਫਿਰ એનર્ਜੀ acquired ਸੋ ਇਹਦਾ ਫਾਰਮੂਲਾ ਹੁੰਦਾ ਹੈ that is charge of the particle so ਆਪਾਂ ਇਲੈਕਟ੍ਰੋਨ ਦੀ ਗੱਲ ਕਰ ਰਹੇ ਹਾਂ ਉਹਦੇ ਹੀ ਚਾਰਜ ਦੀ ਗੱਲ ਕਰਾਂਗੇ ਮਲਟੀਪਲਾਈ ਬਾਈ the potential difference so that is charge into the potential difference ਕਿੰਨਾ work done ਹੋ ਰਿਹਾ ਹੈ so that is equal to so work done ਜਾਂ ਫਿਰ energy acquired that is 1 electron volt ਜਦੋਂ potential difference ਕਿੰਨਾ ਰੱਖਿਆ 1 volt ਚਾਰਜ ਕਿਹਦੇ ਚਾਰਜ ਦੀ ਗੱਲ ਕਰ ਰਹੇ ਹਾਂ ਆਪਾਂ ਇਲੈਕਟ੍ਰੋਨ ਦੇ ਚਾਰਜ ਦੀ ਸੋ ਉਹਦੀ ਵੈਲਿਊ ਪੁੱਟ ਕਰਾਂਗੇ that is 1.6 into 10 raised to power minus 19 ਕੂਲਮ ਦੇ ਵਿੱਚ ਸੋ ਸਿੰਪਲ ਜੀ ਗੱਲ ਹੈ ਵਰਕ ਡਨ ਹੁੰਦਾ ਹੈ ਚਾਰਜ ਇਨਟੂ ਪੋਟੈਂਸ਼ੀਅਲ ਡਿਫਰੈਂਸ ਸੋ ਆਪਾਂ 1 ਇਲੈਕਟ੍ਰੋਨ ਵੋਲਟ ਦੀ ਗੱਲ ਕਰ ਰਹੇ ਸੀ that is why ਮੈਂ ਪੋਟੈਂਸ਼ੀਅਲ ਡਿਫਰੈਂਸ ਵੀ 1 ਵੋਲਟ ਹੀ ਲਿਆ then charge ਦੀ value that is constant ਹੈ ਤੇ same ਹੀ ਰਹਿੰਦੀ ਹੈ 1.6 into 10 raised to power minus 19 coulomb that is the charge of an electron then 1 electron volt ਕਿਹਦੇ ਬਰਾਬਰ ਆ ਰਿਹਾ ਹੈ that is equal to so ਇਹਨੂੰ 1 ਨਾਲ ਵੀ ਮਲਟੀਪਲਾਈ ਕਰਾਂਗੇ ਸੇਮ ਚੀਜ਼ ਆਏਗੀ ਜਸਟ ਡਿਫਰੈਂਸ ਕਿੱਥੇ ਆਏਗਾ ਹੁਣ ਯੂਨਿਟਸ ਦੇ ਵਿੱਚ ਹੁਣ coulomb into volt ਇਹ ਹੁੰਦਾ ਹੈ ਜੂਲ because work done ਜਾਂ ਫਿਰ એનર્ਜੀ ਨੂੰ ਆਪਾਂ ਇਹਦੇ ਬਰਾਬਰ ਰੱਖ ਰਹੇ ਹਾਂ ਸੋ ਜਦ ਇਹਨਾਂ ਦੋਨਾਂ ਦੇ ਯੂਨਿਟਸ ਆਪਸ ਵਿੱਚ ਮਲਟੀਪਲਾਈ ਹੋਣਗੇ ਤਾਂ ਆਪਣੇ ਕੋਲ ਕਿਹਦਾ ਯੂਨਿਟ ਆਏਗਾ ਵਰਕ ਡਨ ਦਾ ਜਾਂ ਫਿਰ એનર્ਜੀ ਦਾ ਔਰ ਉਹਦਾ ਐਸਾ ਯੂਨਿਟ ਕੀ ਹੈ ਜੂਲ ਸੋ ਇਥੋਂ ਆਪਣੇ ਕੋਲ ਕਨਵਰਜਨ ਆ ਗਈ ਕਿ 1 ਇਲੈਕਟ੍ਰੋਨ ਵੋਲਟ ਦੇ ਵਿੱਚ ਕਿੰਨੇ ਜੂਲਸ ਹੁੰਦੇ ਹਨ ਬਿਕਾਜ਼ ਆਪਾਂ ਹੁਣ ਤੱਕ ਜਨਰਲੀ ਜੂਲਸ ਦੇ ਬਾਰੇ ਹੀ ਗੱਲ ਕੀਤੀ ਹੈ ਸੋ ਇੱਕ ਨਵਾਂ ਯੂਨਿਟ ਆਇਆ ਸੀ 1 ਇਲੈਕਟ੍ਰੋਨ ਵੋਲਟ ਸੋ ਆਪਾਂ ਦੇਖਿਆ ਕਿ 1 ਇਲੈਕਟ੍ਰੋਨ ਵੋਲਟ ਦੇ ਵਿੱਚ ਕਿੰਨੇ ਜੂਲਸ ਹਨ 1.6 into 10 raised to power minus 19 ਜੂਲ ਹੁਣ ਇੱਕ ਹੋਰ ਯੂਨਿਟ ਹੈ that is 1 ਮੇਗਾ ਇਲੈਕਟ੍ਰੋਨ ਵੋਲਟ ਸੋ ਮੇਗਾ ਕਈ ਵਾਰ ਇਹਨੂੰ ਮਿਲੀਅਨ ਵੀ ਬੋਲ ਦਿੱਤਾ ਜਾਂਦਾ ਹੈ 1 ਮਿਲੀਅਨ ਇਲੈਕਟ੍ਰੋਨ ਵੋਲਟ ਸੋ ਮਿਲੀਅਨ ਤੋਂ ਤੁਹਾਨੂੰ ਕਲੀਅਰ ਹੋਏਗਾ ਮਿਲੀਅਨ that is 10 raised to power 6 ਸੋ ਇੰਨੀਆਂ ਜ਼ੀਰੋਸ ਇਲੈਕਟ੍ਰੋਨ ਵੋਲਟ ਸੋ 1 ਮਿਲੀਅਨ ਇਲੈਕਟ੍ਰੋਨ ਵੋਲਟ ਜਾਂ 1 ਮੇਗਾ ਇਲੈਕਟ੍ਰੋਨ ਵੋਲਟ that is 10 raised to power 6 ਇਲੈਕਟ੍ਰੋਨ ਵੋਲਟਸ ਔਰ ਇੱਥੇ ਅਗਰ ਮੈਂ 1 ਇਲੈਕਟ੍ਰੋਨ ਵੋਲਟ ਦੀ ਵੈਲਿਊ ਪੁੱਟ ਕਰਦਾ 10 raised to power 6 as such 1 electron volt ਦੀ value ਸੋ ਇਹਦਾ ਆਪਾਂ ਕਿਉਂ ਕਰ ਰਹੇ ਹਾਂ ਬਿਕਾਜ਼ ਆਪਾਂ ਉੱਪਰ ਕੈਲਕੂਲੇਟ ਕੀਤਾ 1 ਇਲੈਕਟ੍ਰੋਨ ਵੋਲਟ ਦੇ ਵਿੱਚ ਇੰਨੇ ਜੂਲਸ ਹਨ ਹੁਣ ਆਪਾਂ ਦੇਖਣਾ ਚਾਹ ਰਹੇ ਹਾਂ ਕਿ 1 ਮੇਗਾ ਇਲੈਕਟ੍ਰੋਨ ਵੋਲਟ ਬਿਕਾਜ਼ ਜਨਰਲੀ ਕਮਰਸ਼ੀਅਲ ਪਰਪਸਿਸ ਦੇ ਵਿੱਚ ਜਾਂ ਆਪਾਂ ਜਿਹੜੇ ਨੂਮੈਰੀਕਲਸ ਵੀ ਕਰਾਂਗੇ 1 ਮੇਗਾ ਇਲੈਕਟ੍ਰੋਨ ਵੋਲਟ ਇਹ ਯੂਨਿਟ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਸੋ ਆਪਾਂ ਦੇਖੀਏ ਕਿ 1 ਮੇਗਾ ਇਲੈਕਟ੍ਰੋਨ ਵੋਲਟ ਦੇ ਵਿੱਚ ਕਿੰਨੇ ਜੂਲਸ ਹਨ ਸੋ ਜਸਟ ਆਪਾਂ ਕੀ ਕੀਤਾ 10 raised to power 6 ਇਲੈਕਟ੍ਰੋਨ ਵੋਲਟਸ 1 ਇਲੈਕਟ੍ਰੋਨ ਵੋਲਟ ਦੀ ਵੈਲਿਊ ਮੈਂ ਜੂਲਸ ਦੇ ਵਿੱਚ ਇੱਥੇ ਪੁੱਟ ਕਰਤੀ ਦੈਨ ਆਪਣੇ ਕੋਲ ਜਿਹੜਾ ਆਨਸਰ ਆਏਗਾ ਉਹ ਹੋਏਗਾ 1.6 into ਹੁਣ 10 ਦੀ ਪਾਵਰ ਬੇਸਿਸ ਆਰ ਸੇਮ ਪਾਵਰਸ ਕੀ ਹੋਣਗੀਆਂ ਐਡ ਅਪ ਸੋ 6 minus 19 ਕਰਨ ਤੇ ਆਪਣੇ ਕੋਲ ਕੀ ਆਏਗਾ 13 ਬਟ ਨਾਲ ਸਾਈਨ ਕੀ ਆਏਗਾ ਨੈਗੇਟਿਵ ਬਿਕਾਜ਼ 19 ਕੀ ਹੈ ਵੱਡਾ ਹੈ ਔਰ ਨੈਗੇਟਿਵ ਸਾਈਨ 19 ਦੇ ਨਾਲ ਹੈ ਜੂਲਸ so that is 1 mega electron volt so ये conversion है that is a standard conversion so ये दोनों ही conversions ਆਪਾਂ ਨੂੰ ਕੀ ਹਨ ਇਹ ਵੀ ਯਾਦ ਰੱਖਣੀਆਂ ਪੈਣਗੀਆਂ so 1 electron volt is equal to how much joules and 1 mega या फिर 1 million electron volt is equal to how much joules then ਆਪਾਂ ਅੱਗੇ ਇੱਕ ਹੋਰ relation ਦੇਖੀਏ ਕਿ what is the relation between one atomic mass unit and mega electron volt so ਆਪਾਂ ਹੁਣ next ਉਹ relation ਕਰਾਂਗੇ ਸੋ ਹੁਣ ਜਿਵੇਂ ਕਿ ਮੈਂ ਕਿਹਾ ਆਪਾਂ ਹੁਣ ਰਿਲੇਸ਼ਨ ਦੇਖਾਂਗੇ ਬਿਟਵੀਨ AMU that is atomic mass unit and mega electron volt ਸੋ ਆਪਣਾ ਨੈਕਸਟ ਟੌਪਿਕ ਇਹੀ ਹੈ ਸੋ ਰਿਲੇਸ਼ਨ between AMU short form है that is atomic mass unit and mega electron volt so ਇਹਦੇ ਲਈ ਜੋ ਆਪਾਂ ਹੁਣੇ
ਇਸ ਤੋਂ ਪਹਿਲੇ ਇੱਕ ਆਰਟੀਕਲ ਜਾਂ ਕਹਿ ਲਓ ਥੋੜੀ ਜਿਹੀ ਡਿਸਕਸ਼ਨ ਕੀਤੀ ਸੀ, ਉਹਦੇ ਵਿੱਚੋਂ ਰਿਜ਼ਲਟ ਆਇਆ ਸੀ ਆਪਣੇ ਕੋਲ, that is 1 ਮੇਗਾ ਇਲੈਕਟ੍ਰੋਨ ਵੋਲਟ is equal to 1.6 into 10 raised to power minus 13 joule। ਸੋ ਆਪਾਂ ਇਹਨੂੰ ਯੂਜ਼ ਕਰਨ ਜਾ ਰਹੇ ਹਾਂ, ਸੋ that is why ਉਹਨੇ ਮੈਂ ਆਲਰੇਡੀ ਇੱਥੇ ਲਿਖਤਾ ਹੈ। ਹੁਣ ਆਪਾਂ ਸਟਾਰਟ ਕਰੀਏ। ਹੁਣ ਅਕੋਰਡਿੰਗ ਟੂ ਮਾਸ એનર્ਜੀ ਰਿਲੇਸ਼ਨਸ਼ਿਪ ਇੱਕ ਇਕੁਇਵਲੈਂਸ ਹੁੰਦਾ ਹੈ, ਸੋ ਤੁਹਾਨੂੰ ਅਗਰ ਯਾਦ ਹੋਵੇ that is E is equal to mc square। ਸੋ ਆਇਨਸਟਾਈਨ ਵੱਲੋਂ ਦਿੱਤਾ ਗਿਆ ਸੀ, ਉਹਨਾਂ ਦੇ ਅਕੋਰਡਿੰਗਲੀ ਜਿਹੜੀ એનર્ਜੀ ਹੈ ਔਰ ਜੋ ਮਾਸ ਹੈ they are interconvertible forms। So energy can be converted into the mass and mass can also मतलब mass ਨੂੰ ਵੀ ਆਪਾਂ ਕੀ ਹੈ ਕਨਵਰਟ ਕਰਾ ਸਕਦੇ ਹਾਂ into any form of energy। So ਇਹ relation ਉਹਨਾਂ ਵੱਲੋਂ ਦਿੱਤਾ ਗਿਆ ਸੀ, that is energy and mass interconversion relation ਜਾਂ equivalence relation ਵੀ ਬੋਲ ਦਿੰਦੇ ਨੇ। ਸੋ ਆਪਾਂ ਇਹਦੇ ਵਿੱਚ ਕੀ ਹੈ ਵੈਲਿਊਜ਼ ਪੁੱਟ ਕਰੀਏ ਔਰ ਆਪਾਂ numerical value ਚੈੱਕ ਕਰੀਏ ਕਿ 1 AMU ਦਾ ਕੀ relation ਹੈ ਮੇਗਾ ਇਲੈਕਟ੍ਰੋਨ ਵੋਲਟ ਦੇ ਨਾਲ। ਸੋ ਸਟਾਰਟ ਕਰੀਏ। ਪਹਿਲੇ ਤਾਂ ਆਪਾਂ C that is speed of light 3 into 10 power 8 meter per second। so ये भी यूनिवर्सल कांस्टेंट है, एज सच ही आपको याद रखना पड़ेगा। 3 into 10 raised to power 8 काफ़ी जगह आप इनू यूज़ भी करते हैं। मास हुण आप किन्ने मास की गल कर रहे हैं 1 AMU। सो 1 AMU आप मास ले रहे हैं 1 एटॉमिक मास यूनिट, और 1 एटॉमिक मास यूनिट अगर तुहानू याद होए आप हुणी कैलकुलेट कीता सी 1.66 into 10 raised to power minus 27 kgs। then ਹੁਣ ਆਪਾਂ ਦੋਨੋਂ ਵੈਲਿਊਜ਼ ਉੱਪਰ ਪੁੱਟ ਕਰੀਏ। ਸੋ એનર્ਜੀ is equal to 1.66 into 10 raised to power minus 27, this is small m, into c square 3 into 10 raised to power 8। ਇਹਦਾ ਕੀ ਕਰ ਰਹੇ ਹਾਂ ਆਪਾਂ स्क्वायर कर रहे हैं। देन आप इनू कैलकुलेट करिए। कैलकुलेट करन ते 1.66 इंटू 3 का स्क्वायर है 9, सो 9 नू मल्टीप्लाई करिए 1.66 के नाल। 6 9 are 54 and 5 59, then 9 1s are 9 and 5 14। then दो प्लेसेस छड़ के आप की है डेसिमल यूज करांगे। 1.4.9 into 10 raised to power minus 27 into 10 raised to power 8 ਦਾ ਸਕੁਆਇਰ ਕਰਾਂਗੇ 8 2s ਸੋ 8 ਦਾ ਸਕੁਆਇਰ ਸੌਰੀ 8 into 2। ਸੋ ਇੱਥੇ 8 ਦਾ ਸਕੁਆਇਰ ਨਹੀਂ ਹੈ, ਕਈ ਵਾਰ ਇੱਥੇ ਕਨਫਿਊਜ਼ਨ ਹੋ ਜਾਂਦਾ ਹੈ। ਇੱਥੇ ਕੀ ਹੈ 3 ਦਾ ਸਕੁਆਇਰ ਔਰ ਇੱਥੇ ਕੀ ਹੈ 8 2s 16, मतलब ਆਪਣੇ ਕੋਲ ਇਹ ਚੀਜ਼ ਸੀ, मतलब 10 ਦੀ ਪਾਵਰ ਦੇ ਵਿੱਚ 8 ਵੀ ਹੈ ਔਰ 10 ਦੀ ਪਾਵਰ ਦੇ ਵਿੱਚ 2 ਵੀ ਹੈ। ਸੋ ਦੋਨੋਂ ਆਪਸ ਚ ਕੀ ਹੋਣਗੇ ਮਲਟੀਪਲਾਈ ਹੋਣਗੇ। ਸੋ 8 2s 16, सो 14.9 इंटू बेसिस सेम बार्स की होंगी अपनी एड अप। सो -27 एंड +16 अपने को लाएगा माइनस करन ते 10 रेज़ टू पावर -11 और एक ही आ रहा है जूल दे विच, या फिर इनू आप इदा भी लिख सकते हैं अगर एक पॉइंट शिफ्ट करिए 1.49 इंटू 10 रेज़ टू पावर -10 जूल्स। देन हम आप इत्थे जाइए 1 मेगा इलेक्ट्रॉन वोल्ट इज इक्वल टू 1.6 इंटू 10 रेज़ टू पावर -13 जूल। सो अपने को रिलेशन है 1 मेगा इलेक्ट्रॉन वोल्ट 1.6 इंटू 10 रेज़ टू पावर -13 जूल। आप हम कन्वर्ट करना है जूल नू मेगा इलेक्ट्रॉन वोल्ट दे विच। सो अगर आप इत्थों देखिए कि 1 जूल इज इक्वल टू 1 मेगा इलेक्ट्रॉन वोल्ट डिवाइडेड बाय दिस मच वैल्यू। एक बार फिर रिपीट करा 1 जूल इत्थों कितना आएगा जब आप सारी चीज़ नूं इधर जाके डिवाइड करांगे। सो 1 जूल की वैल्यू कितनी आ गई 1 ओवर दिस मच क्वांटिटी। सो इत्थे आप जूल की जगह की सबस्टिट्यूट करन जा रहे हैं 1 ओवर ये सारी क्वांटिटी। सो जस्ट 1 जूल की वैल्यू मैं इत्थों कट के इत्थे पुट करन जा रही हाँ। सो जिहड़ा जूल है किहदे च कन्वर्ट हो जाएगा दैट विल बी कन्वर्टेड इनटू मेगा इलेक्ट्रॉन वोल्ट। सो इत्थे आपां लिखांगे 1.49 इंटू 10 रेज़ टू पावर -10 इत्थे सी 1 जूल। सो 1 जूल की वैल्यू इत्थों जो मैं कैलकुलेट की है वो आ रही है 1/1.6 इंटू 10 रेज़ टू पावर
13 और नाल यूनिट्स हुण किहड़े आउणगे 1 मेगा इलैक्ट्रॉन वोल्ट। सो इत्थे एक बार मैं करके दिखा दा 1 जूल इत्थों आपां कैलकुलेट कीता दैट इज़ 1 बाय जूल इधर रखते हुए आ सारी चीज़ नूं आपां इहदे नीचे लैके आए हाँ। सो 1 मेगा इलैक्ट्रॉन वोल्ट और डिनोमीनेटर की आ गया 1.6 इंटू 10⁻⁻13 जूल। सॉरी जूल नाल नहीं आएगा, 1 जूल की वैल्यू आप कैलकुलेट की। सो इत्थे मैं पुट करती 1 जूल की वैल्यू। सो ता करके अपने को ये वाला एक्सप्रैशन आया है। सो आफ्टर सॉल्विंग अपने को जो रिजल्ट आएगा दैट इज अबाउट सीधा रिजल्ट लिख रही हाँ 931.25 के करीब। नाल यूनिट्स किहड़े हैं दैट इज मेगा इलैक्ट्रॉन वोल्ट। सो एक किहदे इक्विवेलेंट एनर्जी आप कड्ढी है दैट इज 1 एटॉमिक मास यूनिट। सो इनू आप जनरली 931 दे अप्रॉक्सीमेट ये वैल्यू यूज करते हैं। सो 1 एटॉमिक मास यूनिट is approximately equal to 931 मेगा इलेक्ट्रॉन वोल्ट। सो 0.25 ना लेंदे हुए अपने को की रिजल्ट आया कि 1 एटॉमिक मास यूनिट किदे बराबर है, किदे बराबर है मतलब कि इक्विवेलेंस कितने है ओदी दैट इज 931 मेगा इलेक्ट्रॉन वोल्ट। सो आपां जिहड़ा इत्थे रिलेशन पढ़िया E इज इक्वल टू mc² जिथे आपां बोलिया कि एनर्जी या फिर मास कैन बी कन्वर्टेड इनटू द एनर्जी, ਉਹਦੇ अकॉर्डिंगली 1 एटॉमिक मास यूनिट कितनी एनर्जी के बराबर होएगा या कितनी एनर्जी कन्वर्ट होएगा दैट इज 931 मेगा इलेक्ट्रॉन वोल्ट। और ये भी की है बहुत इंपॉर्टेंट और की है अपनी स्टैंडर्ड कन्वर्जन है एज सच आप की है न्यूमेरिकल्स यूज करांगे। सो जिथे 1 AMU की गल करते होंगे दैन ਉਹਦੇ अकॉर्डिंगली आप एनर्जी इक्विवेलेंट की यूज करांगे 931 मेगा इलेक्ट्रॉन वोल्ट्स। सो हुण अपना नेक्स्ट टॉपिक है दैट इज कंपोजिशन ऑफ न्यूक्लियस। सो कंपोजिशन मीनस न्यूक्लियस दे विच की प्रेजेंट है या किहड़ियां चीज़ां नूं मिला के जोड़ के न्यूक्लियस बनता है। सो कंपोजिशन के बारे की हैं डिफरेंट मतलब काफ़ी हाइपोथेसिस दिते गए हैं जिन्हां दे विच आपां 2 की गल करांगे। सो हाइपोथेसिस मीनस कि उन्होंने ये एज्यूम किया कि न्यूक्लियस ये कंपोजिशन होंगी है या फिर ये चीज़ां प्रेजेंट होंदियां हैं। सो सब तो पहले तो जो रेडियो एक्टिव एलीमेंट सीगे रेडियो एक्टिविटी बारे भी आप इस चैप्टर अगे जाके पढ़ना है। सो रेडियो एक्टिविटी की होंगी है कि कुछ एलीमेंट्स दे विचों की है एक्टिव रेडिएशनस निकलदियां हैं या तो फिर एनर्जी की फॉर्म दे विच बाहर आउंदियां हैं। एनर्जी जिहड़ी कि इलैक्ट्रोमैगनैटिक वेव की तरह आपां नूं नज़र आउंदी है मतलब आपां नूं एनर्जी इमिट होंदी है इन द फॉर्म ऑफ इलैक्ट्रोमैगनैटिक वेव्स या फिर कुछ सब एटॉमिक पार्टिकल्स मतलब जिहड़े न्यूक्लियस प्रेजेंट होंदे हैं वो बाहर इमिट होंदे हैं। सो रेडियो एक्टिविटी दे विच अल्फा बीटा गामा ये सारे पार्टिकल्स की हैं उन्हों की इमिशन नूं देखा गया तो सोचा गया कि हुण न्यूक्लियस दे विच जो पार्टिकल्स इमिट हो रहे हैं दैन उहदी कंपोजिशन की होएगी। सो कंपोजिशन के बारे ही की हैं 2 हाइपोथेसिस की गल हुण आपां करनी है। सो पहले हाइपोथेसिस नूं आपां स्टार्ट करन जा रहे हैं जिहदा नाम की है दैट इज प्रोटॉन इलैक्ट्रॉन हाइपोथेसिस। प्रोटॉन इलैक्ट्रॉन hypothesis। सो प्रोटॉन एंड इलैक्ट्रॉन बिकॉज आप न्यूक्लियस की ही गल कर रहे हैं बिकॉज कंपोजिशन की है न्यूक्लियस की। सो ਉਹਦੇ अंदर हुण किहड़ियां चीज़ां नूं मन्निया गया एक तो प्रोटॉन और दूसरा की है इलैक्ट्रॉन। सो ये मन्निया गया कि जो एक एटम है एटम दे विच की है जो न्यूक्लियस प्रेजेंट होंदा है न्यूक्लियस के अंदर 2 पार्टिकल्स प्रेजेंट हैं एक की है प्रोटॉन है एक की है इलैक्ट्रॉन है। सो एटम का जिहड़ा पॉजिटिव चार्ज हुंदा है किहदे करके हुंदा है प्रोटॉन्स करके हुंदा है एंड एक प्रोटॉन दा चार्ज कितना हुंदा है दैट इज 1 यूनिट ऑफ फंडामेंटल पॉजिटिव चार्ज। पॉजिटिव चार्ज एंड सिमिलरली जो 1 इलैक्ट्रॉन है ਉਹਦੇ ਕੋਲ कितना चार्ज हुंदा है 1 इलैक्ट्रॉन दैट इज अगेन 1 यूनिट ऑफ फंडामेंटल नेगेटिव चार्ज। नेगेटिव चार्ज और तुहानू पता होएगा कि 1 यूनिट ऑफ फंडामेंटल चार्ज कितना है दैट इज 1.6 इंटू 10⁻⁻19 कूलम। सो अगर आप प्रोटॉन की गल करिए उसका चार्ज कितना होएगा प्लस 1.6 इंटू 10⁻⁻19 कूलम। 1 इलैक्ट्रॉन की गल करिए उसका चार्ज कितना होएगा नेगेटिव साइन दे नाल -1.6 इंटू 10⁻⁻19 कूलम। सो इनू मैं इत्थे लिखा है 1 यूनिट ऑफ फंडामेंटल पॉजिटिव चार्ज 1 यूनिट ऑफ फंडामेंटल नेगेटिव चार्ज।
ਸੋ ਦੋਨੋਂ ਹੀ ਕੀ ਹਨ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹਨ। ਸੋ ਅਗਰ ਆਪਾਂ ਇੱਕ ਨਿਊਕਲੀਅਸ ਕੰਸੀਡਰ ਕਰੀਏ, ਸੋ ਨਿਊਕਲੀਅਸ ਦੇ ਵਿੱਚ ਆਪਾਂ ਇੱਕ A ਔਰ Z, ਸੋ A ਔਰ Z ਕੀ ਹਨ, that is atomic number, A ਕੀ ਹੈ ਮਾਸ ਨੰਬਰਸ। ਸੋ ਇਹ ਤੁਹਾਨੂੰ ਟਰਮਸ ਹੁਣ ਪਤਾ ਹੋਣਗੀਆਂ, ਬਟ ਇਹ ਕੀ ਹਨ, ਜਿਹੜਾ ਅਗਲਾ ਹਾਈਪੋਥੇਸਿਸ ਆਇਆ ਸੀ ਉਸ ਤੋਂ ਬਾਅਦ ਕੀ ਹਨ, ਇਹਨਾਂ ਨੂੰ ਇਹ ਨਾਮ ਦਿੱਤਾ ਗਿਆ ਮਾਸ ਨੰਬਰ ਐਂਡ ਅਟੋਮਿਕ ਨੰਬਰ। ਸੋ ਫਿਲਹਾਲ ਇਸ ਹਾਈਪੋਥੇਸਿਸ ਦੇ ਲਈ ਆਪਾਂ ਨੂੰ ਸਿਰਫ ਜਸਟ ਕੀ ਬੋਲ ਰਹੇ ਹਾਂ A ਐਂਡ Z। ਸੋ ਇਹਨਾਂ ਦੀ ਗੱਲ ਕੀ ਹੈ ਆਪਾਂ ਅਗਲੇ ਹਾਈਪੋਥੇਸਿਸ ਤੋਂ ਬਾਅਦ ਕਰਾਂਗੇ। ਸੋ ਹਜੇ ਗੱਲ ਨਾ ਕਰਦੇ ਹੋਏ ਇਹਨਾਂ ਦੇ ਨੇਮਸ ਦੀ, ਜਸਟ A ਐਂਡ Z ਕੀ ਹੈ, A ਕੀ ਹੈ, that is the number of protons जो एक न्यूक्लियस प्रेजेंट है, then A minus Z की है, that is the number of electrons। so इस hypothesis ਦੇ accordingly so उन्होंने की किया कि अपने कोल कोई एक न्यूक्लियस है, ਉਹਦੇ ਵਿੱਚ A number of protons ਹਨ, A minus Z number of electrons ਹਨ, then charge neutrality ਦੇ ਲਈ मतलब ਜਿੰਨੇ ਪੋਜ਼ਿਟਿਵ ਹੋਣਗੇ ਉਨੇ ਹੀ ਨੈਗੇਟਿਵ ਵੀ ਹੋਣੇ ਚਾਹੀਦੇ ਹਨ। ਅਗਰ ਇੰਨੇ ਪੋਜ਼ਿਟਿਵ ਚਾਰजेस ਹਨ ਆਪਣੇ ਕੋਲ और अपने को नेगेटिव चार्जेस इन्ने हैं A माइनस Z, then ਇਹਦੇ अकॉर्डिंगली अपने को Z इलेक्ट्रॉन्स होर भी होने चाहिए हैं बैलेंस करने के लिए, बिकॉज अगर A पॉजिटिव चार्जेस हैं, नेगेटिव चार्जेस A माइनस Z हैं, मीनस किन्ने घट हैं Z अमाउंट, then Z अमाउंट ऑफ इलेक्ट्रॉन्स की हैं होर भी होने चाहिए हैं। then according to this hypothesis उन्होंने की किया कि A दोनों की हैं they are present inside the nucleus, A protons are inside the nucleus, A minus Z इलेक्ट्रॉन्स ਉਹ ਵੀ ਕੀ ਹਨ ਨਿਊਕਲੀਅਸ ਦੇ ਵਿੱਚ ਹੀ ਪ੍ਰੈਜ਼ੈਂਟ ਹਨ, ਔਰ ਜਿਹੜੇ ਇਹ Z ਇਲੈਕਟ੍ਰॉन्स ਹਨ ਇਹ ਕੀ ਹਨ, ਇਹ ਨਿਊਕਲੀਅਸ ਦੇ ਆਸ-ਪਾਸ ਕੀ ਹਨ ਆਰਬਿਟਸ ਦੇ ਵਿੱਚ ਚੱਕਰ ਲਗਾ ਰਹੇ ਹਨ ਜਾਂ ਫਿਰ ਰਿਵੋਲਵ ਕਰ ਰਹੇ ਹਨ। ਇਹ ਸੀ ਅਬਾਊਟ ਦਿਸ ਹਾਈਪੋਥੇਸਿਸ, ਮਤਲਬ ਇਹਦੇ ਅਕੋਰਡਿੰਗਲੀ ਪ੍ਰੋਟੋਨਸ ਇਲੈਕਟ੍ਰॉन्स ਕਿੱਥੇ-ਕਿੱਥੇ ਪ੍ਰੈਜ਼ੈਂਟ ਹਨ। ਸੋ ਇਹਦੇ ਅਕੋਰਡਿੰਗਲੀ ਨਿਊਕਲੀਅਸ ਦੇ ਵਿੱਚ ਵੀ ਇਲੈਕਟ੍ਰॉन्स ਹਨ ਔਰ ਨਿਊਕਲੀਅਸ ਦੇ ਬਾਹਰ ਵੀ ਇਲੈਕਟ੍ਰॉन्स ਹਨ। ਇਹ ਸੀ ਆਪਣਾ ਹਾਈਪੋਥੇਸਿਸ, ਬਟ ਇਹ ਕੀ ਹੈ ਇਹ ਫੇਲ ਹੋ ਗਿਆ ਕੁਝ ਇੱਕ ਰੀਜ਼ਨਸ ਦੇ ਕਰਕੇ। ਸੋ ਉਹ ਕਿਹੜੇ ਰੀਜ਼ਨ ਸੀਗੇ, ਫਰਸਟ ਤਾਂ ਸੀ ਵੇਵ ਮਕੈਨੀਕਲ ਕੰਸੀਡਰੇਸ਼ਨ। ਸੋ ਡੀ ਬਰੋਗਲੀ ਔਰ ਹਾਈਜ਼ਨਬਰਗ ਵੱਲੋਂ ਜਿਹੜਾ ਪ੍ਰਿੰਸੀਪਲ ਦਿੱਤਾ ਗਿਆ ਸੀ ਉਹਨੂੰ ਯੂਜ਼ ਕਰਦੇ ਹੋਏ ਅਗਰ ਆਪਾਂ એનર્ਜੀਜ਼ ਕੈਲਕੂਲੇਟ ਕਰੀਏ, એનર્ਜੀ ਕਿਹਦੀ ਕੈਲਕੂਲੇਟ ਕਰੀਏ ਆਫ ਐਨ ਇਲੈਕਟ੍ਰੋਨ। ਸੋ ਇਲੈਕਟ੍ਰੋਨ ਦੀ એનર્ਜੀ ਦੀ ਗੱਲ ਕਰੀਏ ਜਿਹੜਾ ਕਿ ਨਿਊਕਲੀਅਸ ਦੇ ਅੰਦਰ ਪਿਆ ਹੈ, ਸੋ ਉਹਨੂੰ ਯੂਜ਼ ਕਰਦੇ ਹੋਏ ਮਤਲਬ ਆਪਾਂ ਵੇਵ ਕਨਸੈਪਟ ਯੂਜ਼ ਕਰ ਰਹੇ ਹਾਂ ਡੀ ਬਰੋਗਲੀ ਹਾਈਪੋਥੇਸਿਸ, ਉਹਨੂੰ ਯੂਜ਼ ਕਰਦੇ ਹੋਏ ਆਪਣੇ ਕੋਲ ਜਿਹੜੀ એનર્ਜੀ ਆ ਰਹੀ ਹੈ that is about 10 ਮੇਗਾ ਇਲੈਕਟ੍ਰੋਨ ਵੋਲਟ। ਬਟ ਐਕਸਪੈਰੀਮੈਂਟਲੀ ਜੋ ਬੀਟਾ ਪਾਰਟੀਕਲਸ ਹੁੰਦੇ ਹਨ, ਸੋ ਜਿਹੜੀ ਬੀਟਾ ਰੇਜ਼ ਨਿਕਲ ਰਹੀਆਂ ਹਨ ਫਰੋਮ ਦ ਨਿਊਕਲੀਅਸ ਆਫ ਐਨੀ ਐਟਮ, ਸੋ ਉਹਦੇ ਵਿੱਚ ਕੀ ਚੈੱਕ ਕੀਤਾ ਗਿਆ ਕਿ ਜਿਹੜੇ ਇਲੈਕਟ੍ਰॉन्स ਹਨ ਉਹਨਾਂ ਦੀ એનર્ਜੀ ਕਿੰਨੀ ਹੈ, that is only about 3 to 4 ਮੇਗਾ ਇਲੈਕਟ੍ਰੋਨ ਵੋਲਟ। ਸੋ ਅਗਰ ਉਹ ਨਿਊਕਲੀਅਸ ਦੇ ਅੰਦਰੋਂ ਬਾਹਰ ਆ ਰਹੇ ਹਨ ਤਾਂ ਉਹਨਾਂ ਦੀ એનર્ਜੀ ਕੀ ਹੈ 3 to 4 ਮੇਗਾ ਇਲੈਕਟ੍ਰੋਨ ਵੋਲਟ। ਬਸ ਇਸ ਅਕੋਰਡਿੰਗਲੀ ਆਪਾਂ ਕੀ ਹੈ ਜੋ ਇਲੈਕਟ੍ਰੋਨ ਹੈ ਨਿਊਕਲੀਅਸ ਦੇ ਅੰਦਰ ਪਿਆ ਹੋਇਆ ਉਹਦੀ એનર્ਜੀ ਕਿੰਨੀ ਹੋਣੀ ਚਾਹੀਦੀ ਹੈ 10 ਮੇਗਾ ਇਲੈਕਟ੍ਰੋਨ ਵੋਲਟ। ਸੋ ਇਹ ਦੋਨੋਂ ਆਪਸ ਵਿੱਚ ਕੀ ਹਨ ਸੈਟੀਸਫਾਈ ਨਹੀਂ ਕਰ ਰਹੀਆਂ ਦੋਨੋਂ ਚੀਜ਼ਾਂ। ਸੋ ਦੈਟ ਇਜ਼ ਵਾਈ ਫਰਸਟ ਲਿਮਿਟੇਸ਼ਨ ਇਹ ਕੀ ਹੈ ਜਾਂ ਫਿਰ ਕਹਿ ਲਓ ਕਿ ਪਹਿਲੀ ਚੀਜ਼ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਇਲੈਕਟ੍ਰॉन्स ਨਿਊਕਲੀਅਸ ਦੇ ਅੰਦਰ ਰਿਸਾਈਡ ਨਹੀਂ ਕਰ ਸਕਦੇ ਜਾਂ ਫਿਰ ਨਹੀਂ ਰਹਿ ਸਕਦੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਗੱਲਾਂ ਸੀ, ਜਿਵੇਂ ਇੱਕ ਨਿਊਕਲੀਅਰ ਸਪਿਨ ਦਾ ਕੇਸ ਹੈ। ਸੋ ਨਿਊਕਲੀਅਰ ਸਪਿਨ ਦੀ ਅਗਰ ਗੱਲ ਕਰੀਏ, ਸਪਿਨ ਬਾਰੇ ਆਪਾਂ ਅੱਗੇ ਹੋਰ ਥੋੜੀ ਐਕਸਪਲੇਨੇਸ਼ਨ ਦੇਖਾਂਗੇ ਕਿ ਵਾਟ ਇਜ਼ ਸਪਿਨ। ਸੋ ਜਸਟ ਇਹਨਾਂ ਦੱਸ ਦਵਾਂ ਕਿ ਐਂਗੂਲਰ ਮੋਮੈਂਟਮ ਹੁੰਦਾ ਹੈ ਇਲੈਕਟ੍ਰੋਨ ਦਾ, ਇੱਕ ਹੁੰਦਾ ਹੈ ਆਰਬਿਟਲ ਐਂਗੂਲਰ ਮੋਮੈਂਟਮ, ਇੱਕ ਹੁੰਦਾ ਹੈ ਉਹਦੀ ਆਪਣੀ ਸਪਿਨ ਕਰਕੇ। ਸੋ ਉਸ ਨੂੰ ਆਪਾਂ ਬੋਲਦੇ ਹਾਂ ਇੰਟ੍ਰਿੰਸਿਕ ਐਂਗੂਲਰ ਮੋਮੈਂਟਮ। ਉਹਨੂੰ ਆਪਾਂ ਡਿਨੋਟ ਕਰਦੇ ਹਾਂ ਇੱਕ ਕੁਆਂਟਮ ਨੰਬਰ ਦੇ ਨਾਲ, ਤੇ ਸਪਿਨ ਕੁਆਂਟਮ ਨੰਬਰ ਕੀ ਹੈ ਹਾਫ। ਸੋ ਅਗਰ ਆਪਾਂ ਇੱਕ ਕੇਸ ਲਈਏ ਨਾਈਟ੍ਰੋਜਨ ਦਾ ਕੇਸ ਲਈਏ, ਨਾਈਟ੍ਰੋਜਨ ਦੇ ਕੇਸ ਦੇ ਵਿੱਚ नाइट्रोजन is 14.7। सो अपने कोल किन्ने हैं ए आप इत्थे लिखते हैं, इत्थे आप लिखते हैं Z। सो देयर आर 14 प्रोटॉन्स and 7 electrons inside the nucleus, because ये की है नंबर ऑफ प्रोटॉन्स दस रहे आपां नूं और नंबर ऑफ electrons किन्ने होणगे that is A minus Z, A minus Z 7। सो 7 इलैक्ट्रॉन। सो सिर्फ न्यूक्लियस की गल कर रहे हैं, 7 इलैक्ट्रॉन होर हैं बट वो न्यूक्लियस के बाहर हैं। सो टोटल कितना हो गया दैट इज 21। सो 21 अपने कुल की हैं पार्टिकल्स हो गए, और इन्हां दा जिहड़ा स्पिन हुंदा है या स्पिन क्वांटम नंबर हुंदा है दैट इज हाफ। सो 21 पार्टिकल्स
और सब ਦਾ स्पिन क्वांटम नंबर हाफ, दैन ਆਪਣੇ ਕੋਲ ਜਿਹੜਾ ਟੋਟਲ ਰਿਜ਼ਲਟੈਂਟ ਆਏਗਾ ਉਹ ਵੀ ਕੀ ਹੋਏਗਾ ਹਾਫ ਇੰਟੀਗਰਲ, ਮਤਲਬ ਡਿਨੋਮੀਨੇਟਰ ਦੇ ਵਿੱਚ 2 ਹੋਏਗਾ। ਬਟ ਅਗੇਨ ਐਕਸਪੈਰੀਮੈਂਟਲੀ ਕੀ ਚੈੱਕ ਕੀਤਾ ਗਿਆ ਕਿ ਫॉर ਨਾਈਟ੍ਰੋਜਨ ਨਿਊਕਲੀਅਸ ਜਿਹੜਾ ਨਿਊਕਲੀਅਰ ਸਪਿਨ ਹੁੰਦਾ ਹੈ ਦੈਟ ਇਜ਼ ਨਾਟ ਹਾਫ ਇੰਟੀਗਰਲ, ਉਹ ਪੂਰੀ ਇੱਕ ਇੰਟੀਜਰ ਵੈਲਿਊ ਹੁੰਦੀ ਹੈ। ਸੋ ਇੱਥੇ ਵੀ ਕੀ ਹੈ ਇੱਕ ਕੰਟਰਡਿਕਸ਼ਨ ਆ ਗਿਆ, ਜਿੱਥੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਇਲੈਕਟ੍ਰੋਨ ਹੈ ਨਿਊਕਲੀਅਸ ਦੇ ਅੰਦਰ ਨਹੀਂ ਹੋ ਸਕਦਾ। ਇੱਕ ਬਹੁਤ ਹੀ ਸਿੰਪਲ ਜੀ ਗੱਲ ਕਿ ਅਗਰ ਆਪਾਂ ਹੈਵੀ ਐਲੀਮੈਂਟਸ ਦੀ ਗੱਲ ਕਰੀਏ ਉਹਦੇ ਵਿੱਚ ਵੀ ਕੀ ਹੈ ਨੰਬਰ ਆਫ ਪ੍ਰੋਟੋਨਸ ਜ਼ਿਆਦਾ ਹੋਣਗੇ। ਨੰਬਰ ਆਫ ਪ੍ਰੋਟੋਨ ਜ਼ਿਆਦਾ ਹੋਣ ਦਾ ਕੀ ਮਤਲਬ ਹੈ ਉਨੇ ਹੀ ਜ਼ਿਆਦਾ ਇਲੈਕਟ੍ਰੋਨ ਵੀ ਚਾਹੀਦੇ ਹਨ ਤਾਂ ਕਿ ਉਹਨਾਂ ਦਾ ਚਾਰਜ ਬੈਲੈਂਸ ਹੋਵੇ। ਸੋ ਇੰਨੇ ਸਾਰੇ ਇਲੈਕਟ੍ਰੋਨਸ ਨਿਊਕਲੀਅਸ 'ਚ ਅਗਰ ਪ੍ਰੈਜ਼ੈਂਟ ਹੋਣਗੇ, ਬਿਕੋਜ਼ ਇੱਕ ਇਲੈਕਟ੍ਰੋਨ ਨੂੰ ਆਪਾਂ ਇੱਕ ਸਫੀਅਰ ਦੀ ਤਰ੍ਹਾਂ ਕੰਸੀਡਰ ਕਰਦੇ ਹਾਂ, ਇੰਨੇ ਸਾਰੇ ਇਲੈਕਟ੍ਰੋਨਸ ਜਦ ਨਿਊਕਲੀਅਸ 'ਚ ਪ੍ਰੈਜ਼ੈਂਟ ਹੋਣਗੇ ਦੈਨ ਜਿਹੜੀ ਨਿਊਕਲੀਅਸ ਦੀ ਡਾਇਮੈਂਸ਼ਨ ਹੈ ਉਹ ਕੀ ਹੈ ਉਸ ਅਕੋਰਡਿੰਗਲੀ ਨਹੀਂ ਰਹੇਗੀ, ਜੋ ਕਿ ਆਪਾਂ ਲਿਖਦੇ ਹਾਂ ਦੈਟ ਇਜ਼ 10⁻⁻14 ਮੀਟਰਸ। ਸੋ ਉਹਦੇ ਨਾਲ ਵੀ ਕੀ ਹੈ ਇੱਕ ਪ੍ਰੋਬਲਮ ਆ ਜਾਂਦੀ ਹੈ ਕਿ ਅਗਰ ਇੰਨੇ ਸਾਰੇ ਇਲੈਕਟ੍ਰੋਨਸ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹਨ ਔਰ ਸਾਰੇ ਕੀ ਹਨ ਉਹਨਾਂ ਨੂੰ ਆਪਾਂ ਸਫੀਅਰਸ ਦੀ ਤਰ੍ਹਾਂ ਕੰਸੀਡਰ ਕਰਦੇ ਹਾਂ, ਦੈਨ ਇੰਨੇ ਸਾਰੇ ਇਲੈਕਟ੍ਰੋਨਸ ਨੂੰ ਨਿਊਕਲੀਅਸ ਦੇ ਛੋਟੇ ਜਿਹੇ ਵੋਲਿਊਮ ਦੇ ਵਿੱਚ ਕੀ ਹੈ ਅੰਦਰ ਇਨਕਲੋਜ਼ ਕਰ ਪਾਉਣਾ ਉਹ ਵੀ ਕੀ ਹੈ ਬਹੁਤ ਡਿਫਿਕਲਟ ਹੈ। ਸੋ ਇਹ ਵੀ ਕੀ ਹੈ ਇੱਕ ਚੀਜ਼ ਹੈ ਜਿੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜੇ ਇਲੈਕਟ੍ਰੋਨਸ ਹਨ ਦੇ ਆਰ ਨਾਟ ਇਨਸਾਈਡ ਦ ਨਿਊਕਲੀਅਸ ਆਫ ਐਨੀ ਐਟਮ। ਸੋ ਇਹ ਸੀ ਆਪਣਾ ਫਰਸਟ ਹਾਈਪੋਥੇਸਿਸ ਦੈਟ ਇਜ਼ ਪ੍ਰੋਟੋਨ ਇਲੈਕਟ੍ਰੋਨ ਹਾਈਪੋਥੇਸਿਸ। ਇਸ ਤੋਂ ਬਾਅਦ ਨਿਊਟਰੋਨ ਦੀ ਡਿਸਕਵਰੀ ਹੋਈ, ਉਸ ਤੋਂ ਬਾਅਦ ਇੱਕ ਹੋਰ ਹਾਈਪੋਥੇਸਿਸ ਦਿੱਤਾ ਗਿਆ ਦੈਟ ਇਜ਼ ਦ ਪ੍ਰੋਟੋਨ ਨਿਊਟਰੋਨ ਹਾਈਪੋਥੇਸਿਸ। ਸੋ ਉਹ ਆਪਾਂ ਅੱਜ ਨਹੀਂ ਸ਼ੁਰੂ ਕਰਾਂਗੇ, ਅਗਲੇ ਲੈਕਚਰ 'ਚ ਉਹਨੂੰ ਸ਼ੁਰੂ ਕਰਾਂਗੇ। ਸੋ ਅੱਜ ਦੇ ਲਈ ਫਿਲਹਾਲ ਇੰਨਾ ਹੀ ਕੰਮ ਹੈ। ਥੈਂਕ ਯੂ।